ਹਰਪ੍ਰੀਤ ਸਿੰਘ ਜਵੰਦਾ ਦੀਆਂ ਕਹਾਣੀਆਂ। ਗੁਰੂ ਰਾਮਦਾਸ ਜੀ ਦੀ ਵਰਸਾਈ ਧਰਤੀ ਦੀਆਂ ਕੁਝ ਰੱਜੀਆਂ ਰੂਹਾਂ ਚੇਤੇ ਆ ਗਈਆਂ। ਗ੍ਰੀਨ ਐਵੇਨਿਊ ਵਾਲੇ ਬਾਬਾ ਜੀ ਅਕਸਰ ਸਵਿਮਿੰਗ ਕਰਨ ਹੋਟਲ ਆ ਜਾਇਆ ਕਰਦੇ ਤੇ ਫਿਰ ਕਿੰਨੀ ਦੇਰ ਗੱਲੀਂ ਲੱਗੇ ਰਹਿੰਦੇ। ਦੱਸਦੇ ਜ਼ਿੰਦਗੀ 'ਚ ਤਰੱਕੀ ਦੇ ਬਹੁਤ ਮੌਕੇ ਮਿਲੇ, ਪਰ ਦਰਬਾਰ ਸਾਹਿਬ ਦੀ ਭੋਇੰ ਛੱਡਣ ਦਾ ਹੀਆ ਨਾ ਪਿਆ। 47 ਵੇਲੇ ਸਿਆਲਕੋਟ ਕੋਲ ਪਸਰੂਰ ਤੋਂ ਇੱਥੇ ਆ ਵਸੇ। ਪਿਛਲੇ 50 ਸਾਲਾਂ ਤੋਂ ਬਿਨਾਂ ਨਾਗਾ ਰੋਜ਼ ਤੜਕੇ ਦਰਬਾਰ ਸਾਹਿਬ ਆਉਂਦੇ। ਭਾਵੇਂ ਜਿੰਨੀ ਮਰਜ਼ੀ ਗੂੜੀ ਨੀਂਦਰ ਪਈ ਹੋਵੇ, ਗੁਰੂ ਮਹਾਰਾਜ ਆਪ ਪੂਰੇ 2:30 ਵਜੇ ਆ ਹਲੂਣਾ ਦੇ ਕੇ ਜਗਾ ਦਿੰਦੇ। ਫਿਰ ਹਰ ਸਵੇਰ ਤੜਕੇ ਸ੍ਰੀ ਅਕਾਲ ਤਖਤ ਤੋਂ ਆਉਂਦੀ ਪਾਲਕੀ ਸਾਹਿਬ ਨੂੰ ਮੋਢਾ। 5 ਜੂਨ 84 ਨੂੰ ਭੰਡਾਰੀ ਪੁਲ 'ਤੇ ਹੀ ਮੱਥਾ ਟੇਕ ਲਿਆ। ਅਗਲੇ ਦਿਨ ਇਸੇ ਥਾਂ ਇੱਕ ਗਲੀ 'ਚ ਫੌਜ ਦੀਆਂ ਗਾਲਾਂ ਵੀ ਖਾਧੀਆਂ ਤੇ ਕੁੱਟ ਵੀ। ਇੱਕ ਆਖਣ ਲੱਗਾ, ਭਿੰਡਰਾਂ ਵਾਲੇ ਦਾ ਚੇਲਾ ਹੈ, ਸਾਡਾ ਕਿੰਨਾ ਨੁਕਸਾਨ ਕੀਤਾ। ਡਿੱਗੇ ਤੇ ਖੋਤੀ ਤੋਂ ਸਨ, ਪਰ ਗੁੱਸਾ ਘੁਮਿਆਰ 'ਤੇ। ਹੁਣ ਵੀ ਰੋਜ਼ ਇਹੀ ਅਰਦਾਸ, ਜੇ ਕਦੀ ਫੇਰ ਮਨੁੱਖੀ ਜਾਮਾ ਨਸੀਬ ਹੋਵੇ ਤਾਂ ਇਸੇ ਧਰਤੀ 'ਤੇ ਹੀ ਅੱਖੀਆਂ ਖੋਲ੍ਹਾਂ। ਕਰਾਮਾਤੀ ਧਰਤੀ, ਵਿਸਮਾਦੀ ਲੈ। ਹੁਣ ਤੇ ਆਲਾ ਦੁਆਲਾ ਬਦਲ ਕੇ ਰੱਖ ਦਿੱਤਾ ਹੈ, ਵਰਨਾ ਕੋਤਵਾਲੀ ਟੱਪਦਿਆਂ ਹੀ ਅੱਗਿਓਂ ਕੰਨੀ ਪੈਂਦੇ ਰਸ ਭਿੰਨੇ ਕੀਰਤਨ ਦੀਆਂ ਧੁਨਾਂ ਨਾਲ ਲੂੰ ਕੰਡੇ ਖੜੇ ਹੋ ਜਾਂਦੇ। ਭਰ ਸਿਆਲ ਵੀ ਇੱਕ ਅਜੀਬ ਜਿਹਾ ਨਿੱਘ ਤੇ ਜੂਨ ਮਹੀਨੇ ਵੀ ਕਾਲਜਾ ਠਾਰਦੀ ਠੰਡਕ, ਰੂਹ 'ਤੇ ਇੱਕ ਮਦਹੋਸ਼ੀ ਛਾਈ ਰਹਿੰਦੀ। ਕਦੇ ਸਾਕ ਬਰਾਦਰੀ ਜਾਣਾ ਪੈ ਵੀ ਜਾਵੇ ਤਾਂ ਤਾਂਘ ਰਹਿੰਦੀ ਛੇਤੀ ਅੰਮ੍ਰਿਤਸਰ ਮੁੜਿਆ ਜਾਵੇ। 2 ਕੁ ਸਾਲ ਹੋਏ ਚੜ੍ਹਾਈ ਕਰ ਗਏ, ਇੰਜ ਲੱਗਿਆ ਇਤਿਹਾਸ ਦਾ ਇੱਕ ਪੰਨਾ ਪਲਟਿਆ ਗਿਆ ਹੋਵੇ। ਮਾਣਾ ਸਿੰਘ ਰੋਡ, ਸੁਲਤਾਨਵਿੰਡ ਗੇਟ, ਸ੍ਰੀ ਦਰਬਾਰ ਸਾਹਿਬ ਦੇ ਨੇੜੇ ਬਾਬਾ ਅਜੀਤ ਸਿੰਘ ਅੱਜ ਵੀ 10 ਰੁਪਈਆਂ ਦੇ 4 ਸਮੋਸੇ, ਉਹ ਵੀ ਹੱਸ ਕੇ ਆਖਦੇ, ਗੁਰੂ ਰਾਮਦਾਸ ਨੇ ਵਪਾਰ ਨਹੀਂ ਸੇਵਾ ਲਾਈਏ, ਸੇਵਾ ਲੇਖੇ ਲਾਈਏ। ਬਰਕਤ ਹੀ ਬਰਕਤ, ਕਦੇ ਘਾਟਾ ਨਹੀਂ ਪਿਆ, ਆਈ ਚਲਾਈ ਚਲੀ ਜਾਂਦੀ ਏ। ਇੱਕ ਹੋਰ ਅੱਜ ਵੀ 10 ਰੁਪਇਆਂ ਦੀ ਠੰਡੇ ਦੀ ਬੋਤਲ ਤੇ 15 ਦੀ ਮੋਟੇ ਤਲੇ ਵਾਲੀ ਕੁਲਫੀ। ਕੁਝ ਰੂਹਾਂ ਗੁਰੂ ਆਸਰੇ ਵਪਾਰ ਕਰਦੀਆਂ ਨੇ। ਦੁਨਿਆਵੀ ਘਾਟੇ ਵਾਧੇ ਕੋਈ ਅਸਰ ਅੰਦਾਜ਼ ਨਹੀਂ। ਸ਼ਾਇਦ ਚੰਗੀ ਤਰ੍ਹਾਂ ਜਾਣਦੇ ਨੇ ਕਿ ਖਾਲੀ ਹੱਥ ਇਸ ਵਕਤੀ ਸਰਾਂ ਵਿੱਚ ਰਾਤ ਕੱਟਣ ਆਇਆਂ ਨੂੰ ਅਗਲੇ ਦਿਨ ਖਾਲੀ ਹੱਥ ਵਾਪਸ ਪਰਤਣਾ ਹੀ ਪੈਣਾ ਹੈ। ਸਰਲ ਤੇ ਸਪਸ਼ਟ ਫਿਲਾਸਫੀ। ਦੂਜੇ ਪਾਸੇ ਦੇ ਸਾਡੇ ਵਰਗੇ ਦੁਨੀਆਦਾਰ ਅਕਸਰ ਨਿੱਕੇ ਨਿੱਕੇ ਘਾਟੇ ਵਾਧੇ ਤੇ ਦੁੱਖ ਦਰਦ ਰੂਹ ਨੂੰ ਟੁੰਬ ਜਾਂਦੇ। ਇੰਜ ਲੱਗਦਾ ਦੁਨੀਆ ਮੁੱਕ ਗਈ। ਸਰਦਾਰ ਅਜੀਤ ਦੀ ਆਹ ਫੋਟੋ ਸਾਹਮਣੇ ਲਾ ਲਈ ਤਾਂ ਕਿ ਜ਼ਿਹਨ 'ਚ ਰਹੇ ਕਿ ਕੁਝ ਦੁਨਿਆਵੀ ਵਪਾਰ ਇੰਜ ਵੀ ਕੀਤੇ ਜਾ ਸਕਦੇ ਜਿਨ੍ਹਾਂ 'ਚ ਕਾਗਜ਼ੀ ਨੋਟ ਨਹੀਂ, ਦੁਆਵਾਂ ਦੀ ਕਮਾਈ ਹੁੰਦੀ। ਉਹ ਦੁਆਵਾਂ ਜਿਹੜੀਆਂ ਸੜਦੀ ਹੋਈ ਰੂਹ 'ਤੇ ਮਰਹਮ ਦਾ ਕੰਮ ਕਰਦੀਆਂ। ਅਗਲੀ ਕਹਾਣੀ। ਰੋਪੜੋਂ ਤੁਰੀ ਬੱਸ ਨੇ ਬਿਆਸ ਅੱਪੜਦਿਆਂ ਪੂਰੇ 6 ਘੰਟੇ ਲਾ ਦਿੱਤੇ। ਰਾਹ 'ਚ 2 ਵਾਰੀ ਪੈਂਚਰ ਹੋਈ, ਇੱਕ ਵਾਰ ਰੇਡੀਏਟਰ ਦਾ ਪਾਣੀ ਲੀਕ ਕਰ ਗਿਆ। ਅੱਡੇ 'ਚ ਉਤਰੇ ਤਾਂ ਘੁੱਪ ਹਨੇਰਾ, ਉੱਤੋਂ ਰਾਤ ਦੇ ਪੂਰੇ 11 ਵੱਜ ਗਏ। ਅਗਲੇ ਘਰ ਜਾ ਕੇ ਖੇਚਲ ਪਾਉਣ ਨਾਲੋਂ ਸਾਰਿਆਂ ਸਲਾਹ ਕੀਤੀ ਕਿ ਆਸੇ-ਪਾਸੇ ਕੋਈ ਢਾਬਾ ਲੱਭਿਆ ਜਾਵੇ। 99-90 ਵਾਲਾ ਗਰਮ ਮਾਹੌਲ ਸਿਵਾਏ ਗਿਆਨੀ ਜੀ ਦੇ ਢਾਬੇ ਤੋਂ ਹੋਰ ਕਿਧਰੇ ਵੀ ਕੋਈ ਬੰਦਾ ਪਰਿੰਦਾ ਨਾ ਦਿਸਿਆ। ਮੈਨੂੰ ਗਾਤਰੇ ਵਾਲਾ ਇਹ ਇਨਸਾਨ ਗੁਰੂ ਦਾ ਸਿੰਘ ਘੱਟ ਤੇ ਕਾਰੋਬਾਰੀ ਜ਼ਿਆਦਾ ਲੱਗਦਾ। ਇੱਕ ਫੁਲਕੇ ਦਾ ਹਿਸਾਬ, ਸਲਾਦ ਦੂਜੀ ਵਾਰ ਮੰਗ ਲਿਆ, ਸਮਝੋ ਪੂਰੀ ਪਲੇਟ ਦੇ ਪੈਸੇ ਬਿੱਲ 'ਚ ਜੁੜ ਗਏ। ਖੈਰ ਬੱਧੇ ਰੁੱਧੇ ਨੇ ਜਾ ਕੇ ਬਾਹਰ ਨਲਕੇ ਤੇ ਵੱਡਾ ਪਤੀਲਾ ਮਾਂਜਦੇ ਹੋਏ ਨਿੱਕੇ ਜਿਹੇ ਮੁੰਡੇ ਨੂੰ ਕੁਝ ਖਾਣ ਪੀਣ ਦੇ ਬੰਦੋਬਸਤ ਬਾਰੇ ਪੁੱਛਿਆ। ਉਹਨੇ ਬੇਧਿਆਨੀ ਜਿਹੇ ਨਾਲ ਅੱਗੇ ਮੁੱਦੇ ਪਾਏ ਭਾਂਡੇ ਵਿਖਾਤੇ। ਭੁੱਖੇ ਢਿੱਡ ਪਿੰਡ ਨੂੰ ਜਾਂਦੀ ਸੜਕ ਵੱਲ ਨੂੰ ਮੋੜਾ ਪਾਇਆ ਹੀ ਸੀ ਕਿ ਕਿਸੇ ਨੇ ਪਿੱਛੋਂ ਆਵਾਜ਼ ਮਾਰ ਰੋਕ ਲਿਆ। ਪਰਤ ਕੇ ਵੇਖਿਆ ਤਾਂ ਖੁਦ ਗਿਆਨੀ ਜੀ ਖਲੋਤਾ ਸੀ। ਆਖਣ ਲੱਗਾ, ਕਿੱਧਰ ਨੂੰ ਤੁਰ ਪਏ ਹੋ ਸਿੰਘੋ, ਇੱਧਰ ਆ ਜਾਓ, ਕਰਦਾ ਕੋਈ ਜੁਗਾੜ। ਹੈਰਾਨ ਪਰੇਸ਼ਾਨ ਹੋਏ ਅਸੀਂ ਮੰਜੇ 'ਤੇ ਆ ਬੈਠੇ। ਘੜੀ ਕੁ ਮਗਰੋਂ ਹੀ ਥਾਲੀ 'ਚ 3-3 ਫੁਲਕੇ, ਰਾਇਤਾ, ਥੋੜ੍ਹੀ ਜਿਹੀ ਦਾਲ ਪਾ ਸਾਡੇ ਸਾਰਿਆਂ ਦੇ ਅੱਗੇ ਹਾਜ਼ਰ ਕਰ ਦਿੱਤੀ ਗਈ। ਧਰਮ ਨਾਲ ਆਨੰਦ ਆ ਗਿਆ। ਮੁੜ ਕੇ ਕੋਲ ਹੀ ਨਲਕੇ ਤੋਂ ਕਰੂਲੀ ਕਰਕੇ ਅੰਦਰ ਕੁਰਸੀ 'ਤੇ ਬੈਠ ਰੇਡੀਓ ਸੁਣਦੇ ਗਿਆਨੀ ਵੱਲ ਨੂੰ ਇਹ ਸੋਚਦਿਆਂ ਹੋ ਤੁਰਿਆ ਕਿ ਅੱਜ ਇਹ ਬੰਦਾ ਪੱਕਾ ਡਬਲ ਬਿੱਲ ਪੇਸ਼ ਕਰੂ, ਪਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਫਸੀ ਨੂੰ ਫਟਕਣਗੇ। ਕੋਲ ਜਾ ਕੇ ਆਖਿਆ, ਗਿਆਨੀ ਜੀ ਕਿੰਨੇ ਪੈਸੇ ਬਣੇ? ਅੱਗਿਓਂ ਖਬਰਾਂ ਸੁਣਦੇ ਹੋਏ ਨੇ ਮੇਰੀ ਗੱਲ ਸੁਣੀ ਅਨਸੁਣੀ ਜੀ ਕਰ ਦਿੱਤੀ। ਦੁਬਾਰਾ ਜ਼ੋਰ ਦੇ ਕੇ ਪੁੱਛਣ 'ਤੇ ਆਖਣ ਲੱਗਾ, ਗੁਰਮੁਖਾ ਕਾਹਦੇ ਪੈਸੇ? ਨਾ ਇਸ ਵੇਲੇ ਮੈਂ ਗੱਲੇ 'ਤੇ ਬੈਠਾ ਤੇ ਨਾ ਮੇਰਾ ਢਾਬਾ ਹੀ ਖੁੱਲ੍ਹਾ ਹੈ, ਤੇ ਜਦੋਂ ਇਹ ਦੋਵੇਂ ਚੀਜ਼ਾਂ ਬੰਦ ਹੋ ਜਾਂਦੀਆਂ ਨੇ
ਤਾਂ ਇਹ ਥਾਂ ਗੁਰੂ ਕਾ ਲੰਗਰ ਵਰਤਾਉਣ ਵਾਲੀ ਜਗ੍ਹਾ ਬਣ ਜਾਂਦੀ ਹੈ। ਕੋਈ ਪੈਸੇ ਨਹੀਂ ਲੈਣੇ ਅਤੇ ਨਾ ਹੀ ਦੁਬਾਰਾ ਇਸ ਬਾਰੇ ਕੋਈ ਗੱਲ ਹੀ ਕਰਨੀ ਹੈ। ਹਾਂ, ਜਾਂਦੇ ਜਾਂਦੇ ਗਰਮ ਗਰਮ ਚਾਹ ਦਾ ਲੰਗਰ ਵੀ ਛੱਕ ਕੇ ਜਾਣਾ, ਨਹੀਂ ਤੇ ਫਿਰ ਹੁਣ ਤੱਕ ਕੀਤੀ ਸਾਰੀ ਨਿਫਲ ਜਾਣੀ ਹੈ। ਮੈਂ ਸੁੰਨ ਜਿਹਾ ਹੋ ਗਿਆ ਅਤੇ ਇੰਨੀ ਗੱਲ ਸੁਣਨ ਮਗਰੋਂ ਮੈਨੂੰ ਗਿਆਨੀ ਜੀ ਦਾ ਚੰਗੀ ਤਰ੍ਹਾਂ ਧੰਨਵਾਦ ਕਰਨ ਦਾ ਚੇਤਾ ਵੀ ਭੁੱਲ ਗਿਆ। ਹਨੇਰੇ 'ਚ ਅਸਾਂ ਕੁਝ ਕਦਮ ਹੀ ਪੁੱਟੇ ਸਨ ਕਿ ਬਾਬੇ ਬਕਾਲੇ ਵਾਲੇ ਪਾਸਿਓਂ ਕਿਸੇ ਪਿੰਡ ਦੇ ਗੁਰੂ ਘਰ ਦੇ ਸਪੀਕਰ 'ਤੇ ਕਿਸੇ ਨੇ ਲੰਮੀ ਸੁਰ ਵਾਲਾ ਉੱਚੀ ਆਵਾਜ਼ ਵਾਲਾ ਜੈਕਾਰਾ ਛੱਡ ਦਿੱਤਾ, ਬੋਲੇ ਸੋ ਨਿਹਾਲ। ਅੱਗਿਓਂ ਸਾਡੇ ਸਾਰਿਆਂ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ, ਸਤਿ ਸ੍ਰੀ ਅਕਾਲ। ਫਤਿਹ ਦਾ ਜਵਾਬ ਫਤਿਹ 'ਚ ਦਿੰਦਿਆਂ ਇੰਜ ਲੱਗਿਆ ਜਿੱਦਾਂ ਜ਼ਹਿਨ 'ਚ ਵੜ ਗਿਆ ਕੋਈ ਅਜੀਬ ਜਿਹਾ ਡਰ, ਰਾਤ ਦੇ ਸਨਾਟੇ ਨੂੰ ਚੀਰਦਾ ਹੋਇਆ ਕਿਧਰੇ ਦੂਰ ਫਿਜ਼ਾ 'ਚ ਜਾ ਰਲਿਆ ਹੋਵੇ। ਹੈਰਾਨਗੀ ਇਸ ਗੱਲ ਦੀ ਸੀ ਕਿ ਇਸ ਵਾਰ ਸਾਰਿਆਂ ਤੋਂ ਉੱਚੀ ਆਵਾਜ਼ ਚੰਡੀਗੜ੍ਹ ਫੀਲਡ ਵਿੱਚ ਕੰਮ ਕਰਦੇ ਬਿਹਾਰ ਵਾਲੇ ਮਿਸ਼ਰਾ ਜੀ ਦੀ ਸੀ। ਅਗਲੀ ਕਹਾਣੀ। ਗੁਰਮੁਖ ਸਿੰਘ ਭਰਵੇਂ ਦਾੜੇ ਵਾਲਾ, ਮੈਥੋਂ ਤਕਰੀਬਨ 15 ਕੁ ਸਾਲ ਛੋਟਾ ਲੱਗਦਾ ਸਿੱਖ ਨੌਜਵਾਨ, ਤਕਰੀਬਨ 6 ਮਹੀਨੇ ਪਹਿਲਾਂ ਹੀ ਸੀ ਬਲਾਕ ਮਾਰਕੀਟ ਮੇਰੀ ਬੁਟੀਕ ਦੇ ਬਾਹਰ ਮਿਲਿਆ। ਆਖਣ ਲੱਗਾ, ਭੈਣ ਜੀ ਲੁਧਿਆਣੇ ਕੱਪੜੇ ਪ੍ਰੈਸ ਕਰਨ ਦਾ ਕੰਮ ਸੀ, ਪਰਿਵਾਰਕ ਮਜਬੂਰੀਆਂ ਅੰਮ੍ਰਿਤਸਰ ਖਿੱਚ ਲਿਆਈਆਂ, ਜੇ ਮਿਹਰਬਾਨੀ ਕਰੋ ਤਾਂ ਤੁਹਾਡੇ ਬਾਹਰ ਪ੍ਰੈਸ ਦਾ ਟੇਬਲ ਲਾ ਲਿਆ ਕਰਾਂਗਾ, ਰੋਟੀ ਪਾਣੀ ਦਾ ਜੁਗਾੜ ਬਣ ਜਾਏਗਾ। ਅੱਖੀਆਂ ਵਿੱਚੋਂ ਡੁੱਲ ਡੁੱਲ ਪੈਂਦੇ ਸੱਚ ਦੇ ਝਰਨਿਆਂ ਤੇ ਪੂਰਨ ਗੁਰਸਿੱਖੀ ਵਾਲੀ ਪਰਪੱਕ ਜਿਹੀ ਦਿੱਖ ਵੇਖ ਮੈਥੋਂ ਨਾ ਹੋਈ। ਕਈਆਂ ਬਿਨ ਮੰਗੀਆਂ ਸਲਾਹਾਂ ਦਿੱਤੀਆਂ, ਆਖਿਆ ਝੱਲੀਏ ਏਡੀ ਛੇਤੀ ਇਤਬਾਰ ਨਹੀਂ ਕਰ ਲਈਦਾ, ਤੇਰੀਆਂ ਖੁਦ ਦੀਆਂ 2 ਜਵਾਨ ਧੀਆਂ ਨੇ ਤੇ ਉੱਪਰੋਂ ਬੁਟੀਕ 'ਤੇ ਕੰਮ ਕਰਦਾ ਕਿੰਨਾ ਸਾਰਾ ਜਨਾਨਾ ਸਟਾਫ, ਘੱਟੋ ਘੱਟ ਅੱਗਾ ਪਿੱਛਾ ਪਤਾ ਕਰਵਾ ਲੈਣਾ ਚਾਹੀਦਾ ਸੀ। ਇੱਕ ਵਾਰ ਤੇ ਮੈਂ ਵੀ ਸੋਚੀ ਪੈ ਗਈ, ਫਿਰ ਰੱਬ ਤੇ ਡੋਰੀ ਸੁੱਟ ਮਨ 'ਚ ਆਖਿਆ, ਹੁਣ ਹਾਂ ਆਖ ਹੀ ਦਿੱਤੀ, ਜੋ ਹੋਊ ਵੇਖੀ ਜਾਓ। ਬਾਹਰ ਬੈਠੇ ਮੇਰੇ ਸਹੁਰਾ ਸਾਹਿਬ ਦੀ ਨਜ਼ਰ ਹਮੇਸ਼ਾ ਆਪਣੇ ਧਿਆਨ ਕੱਪੜੇ ਪ੍ਰੈਸ ਕਰਦੇ ਗੁਰਮੁਖ 'ਤੇ ਹੁੰਦੀ। ਜਦੋਂ ਵੱਡੀ ਧੀ ਕਾਲਜੋਂ ਮੁੜਦੀ ਹੋਈ ਕੁਝ ਚਿਰ ਮੇਰਾ ਹੱਥ ਵਟਾਉਣ ਬੁਟੀਕ 'ਤੇ ਆ ਜਾਇਆ ਕਰਦੀ ਤਾਂ ਮੈਂ ਗੁਰਮੁਖ ਨੂੰ ਕਿਸੇ ਕੰਮ ਵੀ ਅੰਦਰ ਨਾ ਬੁਲਾਉਂਦੀ। ਅਕਸਰ ਹੀ ਕਈਆਂ ਦੇ ਕੰਨ ਖੜੇ ਹੋ ਜਾਂਦੇ ਤੇ ਅੱਖੀਆਂ ਦੀਆਂ ਪੁਤਲੀਆਂ ਹੱਦੋਂ ਵੱਧ ਫੈਲ ਜਾਇਆ ਕਰਦੀਆਂ। ਇੱਕ ਦਿਨ ਸਵੇਰੇ ਬੁਟੀਕ 'ਤੇ ਅਪੜੀ ਸਾਂ ਕਿ ਬਾਹਰ ਰੌਲਾ ਪੈ ਗਿਆ। ਬਾਹਰ ਗਈ ਤਾਂ ਅੱਖੀਆਂ 'ਤੇ ਯਕੀਨ ਜਿਹਾ ਨਾ ਹੋਇਆ। 20-22 ਸਾਲਾਂ ਦੀ ਨੌਜਵਾਨ ਕੁੜੀ, ਗਲ ਥਾਂ ਥਾਂ ਤੋਂ ਪਾਟਿਆ ਤੇ ਲੀਰਾਂ ਲੱਥਾ ਸੂਟ, ਉਹਨੂੰ ਕਾਬੂ 'ਚ ਕਰਦੀ ਹੋਈ ਤੇ ਆਪਣੀ ਚੁੰਨੀ ਨਾਲ ਉਹਦੇ ਅਧਨੰਗੇ ਸਰੀਰ ਨੂੰ ਢਕਣ ਦੀ ਕੋਸ਼ਿਸ਼ ਕਰਦੀ ਹੋਈ ਉਹਦੀ ਮਰੀਅਲ ਜੀ ਮਾਂ ਤੇ ਆਸ-ਪਾਸ ਆਪ ਮੁਹਾਰੇ ਦੀ ਇਕੱਠੀ ਹੋ ਗਈ ਤਮਾਸ਼ਬੀਨ ਜਿਹੀ ਦੰਦ ਕੱਢਦੀ ਕਿੰਨੀ ਸਾਰੀ ਵੱਡੀ ਭੀੜ। ਅਜੇ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰ ਹੀ ਰਹੀ ਸਾਂ ਕਿ ਗੁਰਮੁਖ ਸਿੰਘ ਭੱਜਾ ਕੋਲ ਆਇਆ ਤੇ ਆਖਣ ਲੱਗਾ, ਭੈਣ ਜੀ ਆਪਣੀ ਵਹੁਟੀ ਲਈ ਤੁਹਾਡੀ ਬੁਟੀਕ ਤੋਂ ਸਵਾਇਆ ਸੂਟ ਅੱਜ ਸਵੇਰੇ ਤੁਹਾਡੇ ਕਾਊਂਟਰ ਦੇ ਉਤਲੇ ਡਰਾਅ 'ਚ ਇਹ ਸੋਚ ਰਖਵਾ ਦਿੱਤਾ ਸੀ ਕਿ ਸ਼ਾਮੀ ਘਰੇ ਜਾਂਦਾ ਹੋਇਆ ਲੈ ਜਾਵਾਂਗਾ। ਤੁਸੀਂ ਛੇਤੀ ਨਾਲ ਅੰਦਰ ਜਾ ਕੇ ਉਹ ਸੂਟ ਕੱਢ ਇਸ ਬੀਬੀ ਨੂੰ ਪਵਾ ਦਿਓ। ਇਸ ਕੰਮ 'ਚ ਮੈਂ ਤੁਹਾਡੀ ਮਦਦ ਵੀ ਨਹੀਂ ਕਰ ਸਕਦਾ ਤੇ ਇਹ ਹਿੰਮਤ ਹੁਣ ਤੁਹਾਨੂੰ ਇਕੱਲਿਆਂ ਨੂੰ ਹੀ ਕਰਨੀ ਪੈਣੀ ਹੈ। ਮੈਂ ਆਗਿਆਕਾਰ ਬੱਚੀ ਵਾਂਗ ਜੋ ਆਖ ਰਿਹਾ ਸੀ ਕਰੀ ਜਾ ਰਹੀ ਸਾਂ। 10 ਕੁ ਮਿੰਟਾਂ ਬਾਅਦ ਹੀ ਨਵਾਂ ਨਕੋਰ ਸੂਟ ਪਾਈ ਜਦੋਂ ਕੁੜੀ ਆਪਣੀ ਮਾਂ ਨਾਲ ਬੁਟੀਕ ਤੋਂ ਬਾਹਰ ਨਿਕਲੀ ਤਾਂ ਉਹਦਾ ਪਾਗਲਪਨ ਦਾ ਦੌਰਾ ਸ਼ਾਂਤ ਹੋ ਚੁੱਕਾ ਸੀ ਤੇ ਸੱਭਿਅਤਾ ਦਾ ਮੁਖੌਟਾ ਚਾੜੀ ਵੱਡੀ ਸਾਰੀ ਇੱਜ਼ਤਦਾਰ ਭੀੜ ਖਿੰਡ ਪੁੰਡ ਗਈ ਸੀ। ਅੱਧੇ ਕੁ ਘੰਟੇ ਮਗਰੋਂ ਜਦੋਂ ਅਚਾਨਕ ਵਾਪਰੇ ਇਸ ਹੌਲਨਾਕ ਘਟਨਾਕ੍ਰਮ ਦੇ ਪ੍ਰਭਾਵ ਤੋਂ ਥੋੜ੍ਹਾ ਬਾਹਰ ਨਿਕਲੀ ਤਾਂ ਆਪਣੇ ਧਿਆਨ ਕੱਪੜੇ ਪ੍ਰੈਸ ਕਰਦੇ ਗੁਰਮੁਖ ਸਿੰਘ ਵੱਲ ਵੇਖ ਆਪ ਮੁਹਾਰੀ ਜੀ ਜਿਹਾ ਕੀਤਾ ਕਿ ਭੱਜ ਕੇ ਜਾਂ ਉਹਦੇ ਪੈਰਾਂ ਦੀ ਮਿੱਟੀ ਚੁੰਮ ਆਪਣੇ ਮੱਥੇ ਨੂੰ ਲਾਵਾਂ, ਕਿਉਂਕਿ ਜਿਸ ਰੱਬ ਤੇ ਡੋਰੀ ਸੁੱਟ ਇੱਕ ਦਿਨ ਉਹਨੂੰ ਬਾਹਰ ਟੇਬਲ ਲਾਉਣ ਦੀ ਆਗਿਆ ਦਿੱਤੀ ਸੀ, ਉਹ ਜਿਉਣ ਜੋਗਾ ਤਾਂ ਅੱਜ ਖੁਦ ਉਸੇ ਰੱਬ ਦਾ ਹੀ ਰੂਪ ਹੋ ਨਿਬੜਿਆ ਸੀ। ਅਗਲੀ ਕਹਾਣੀ। ਮਹਿੰਗੇ ਕੁੱਤੇ ਰੱਖਣ ਦੇ ਸ਼ੌਕੀਨ ਕਰਨਲ ਸਾਹਿਬ ਨੇ ਲੱਖਾਂ ਰੁਪਈਏ ਖਰਚ ਵਧੀਆ ਬਰੀਡ ਦੀ ਇੱਕ ਜੂਲੀ ਉਚੇਚਾ ਬਾਹਰੋਂ ਮੰਗਵਾਈ। ਟ੍ਰੇਨਿੰਗ, ਮੈਡੀਕਲ ਤੇ ਖੁਰਾਕ 'ਤੇ ਕੋਈ 10,000 ਰੁਪਈਏ ਮਹੀਨੇ ਦਾ ਖਰਚ ਆ ਜਾਂਦਾ। ਗੁਆਂਢ ਖਾਲੀ ਕੋਠੀ ਦੀ ਰਾਖੀ ਕਰਦੇ ਬੁੱਢੇ ਚੌਕੀਦਾਰ ਦੇ ਕੋਲ ਅਕਸਰ ਹੀ ਅਵਾਰਾ ਕੁੱਤਿਆਂ ਦੀ ਭਰਮਾਰ ਰਹਿੰਦੀ। ਜਦੋਂ ਵੀ ਕੋਈ ਅਵਾਰਾ ਕੁੱਤਾ ਜੂਲੀ ਵੱਲ ਘੂਰਦਾ ਵੇਖ ਲੈਂਦੇ ਤਾਂ ਗਲ ਪੈ ਜਾਂਦੇ, ਆਖੇ ਜੇ ਤੇਰਾ ਕੋਈ ਵੀ ਦੇਸੀ ਕਦੇ ਵੀ ਮੇਰੀ ਕੋਠੀ ਦੇ ਨੇੜੇ ਤੇੜੇ ਵੀ ਦਿਸ ਪਿਆ ਤਾਂ ਸਿੱਧੀ ਗੋਲੀ ਮਾਰ ਦੂੰ। ਇੱਕ ਦਿਨ ਮੂੰਹ ਨੇਰੇ ਅਜੀਬ ਜਿਹੀਆਂ ਆਵਾਜ਼ਾਂ ਸੁਣ ਪੜਵਾਏ ਉੱਠ ਖਲੋਤੇ
ਬਾਹਰ ਆਏ ਤਾਂ ਵੇਖਿਆ ਜੂਲੀ ਤੇ ਚੌਕੀਦਾਰ ਦਾ ਆਵਾਰਾ ਦੇਸੀ ਕੁੱਤਾ ਬਾਹਰ ਲਾਉਣ 'ਚ ਇਕੱਠੇ ਚੋਲ-ਮੋਲ ਕਰ ਰਹੇ ਸਨ। ਦਿਮਾਗ ਪਾਟਣ 'ਤੇ ਆ ਗਿਆ। ਉਸੇ ਵੇਲੇ ਅੰਦਰ ਕੰਧ 'ਤੇ ਟੰਗੀ ਰਾਈਫਲ ਚੁੱਕ ਕੁੱਤੇ ਵੱਲ ਨਿਸ਼ਾਨਾ ਸਾਧ ਫਾਇਰ ਕਰ ਦਿੱਤਾ। ਕੁੱਤਾ ਛਾਲ ਮਾਰ ਗੇਟੋਂ ਬਾਹਰ ਹੋ ਗਿਆ। ਕਰਨਲ ਸਾਹਿਬ ਨੇ ਛੇਤੀ ਨਾਲ ਨੌਕਰ ਨੂੰ ਜਗਾਇਆ ਤੇ ਨਾਲ ਵਾਲੀ ਕੋਠੀ ਦੇ ਚੌਕੀਦਾਰ ਦੁਆਲੇ ਹੋ ਗਏ। ਗਾਲਾਂ, ਦਬਕੇ, ਧੱਕਾ ਮੁੱਕੀ ਤੇ ਮਗਰੋਂ ਥਾੜ ਕਰਦੀ ਚਪੇੜ ਮਾਤੜ ਦੀ ਗਲ 'ਤੇ ਜੜਤੀ। ਉਹ ਹੌਲੀ ਜਿਹੀ ਹਾਏ ਆਖ ਨੁੱਕਰ ਵਿੱਚ ਹੀ ਬੈਠ ਗਿਆ। ਫਿਰ ਨਾਲ ਦੀ ਕੋਠੀ ਦੇ ਬੰਦ ਪਏ ਗਰਾਜ ਵੱਲ ਨਿਸ਼ਾਨਾ ਸਾਧ ਨੌਕਰ ਨੂੰ ਆਖਣ ਲੱਗੇ, ਸ਼ਟਰ ਚੁੱਕੇ ਦਾ, ਪੱਕਾ ਇੱਥੇ ਹੀ ਲੁਕਿਆ ਬੈਠਾ ਹੋਊ ਕੰਜਰ, ਅੱਜ ਨਹੀਂ ਛੱਡਣਾ ਇਹਨੂੰ ਕਿਸੇ ਹਾਲਤ ਵਿੱਚ ਵੀ। ਸ਼ਟਰ ਖੋਲ੍ਹਿਆ ਤਾਂ ਕੁੱਤਾ ਤੇ ਕਿਧਰੇ ਨਹੀਂ ਦਿਸਿਆ, ਪਰ ਅੰਦਰੋਂ ਕਰਨਲ ਸਾਹਿਬ ਦਾ ਬੇਟਾ ਤੇ ਚੌਕੀਦਾਰ ਦੀ ਨੌਜਵਾਨ ਕੁੜੀ ਸਿਰ ਝੁਕਾਈ ਖੜੇ ਸਨ। ਕਰਨਲ ਸਾਹਿਬ ਦਾ ਗੁੱਸਾ ਇੱਕਦਮ ਠੰਡਾ ਪੈ ਗਿਆ। ਬੰਦੂਕ ਤੇ ਪਈ ਪਕੜ ਵੀ ਢਿੱਲੀ ਪੈ ਗਈ। ਨਜ਼ਰਾਂ ਝੁਕ ਗਈਆਂ, ਪਸੀਨੇ ਵੀ ਛੁੱਟ ਗਏ। ਸਮਝ ਨਾ ਆਵੇ ਹੁਣ ਹਾਲਾਤ ਨਾਲ ਕਿੱਦਾਂ ਨਜਿੱਠਿਆ ਜਾਵੇ। ਉੱਧਰ ਜ਼ਮਾਨੇ ਭਰ ਦੀਆਂ ਗਾਲਾਂ ਤੇ ਚਪੇੜਾਂ ਖਾ ਕੇ ਨੁੱਕਰ 'ਚ ਬੈਠੇ ਹੋਏ ਚੌਕੀਦਾਰ ਦੀਆਂ ਖਾਮੋਸ਼ ਪਥਰਾਈਆਂ ਅੱਖਾਂ ਸ਼ਾਇਦ ਇੰਨੀ ਗੱਲ ਆਖ ਰਹੀਆਂ ਸਨ ਕਿ ਕਰਨਲ ਸਾਹਿਬ ਹੁਣ ਚਲਾਓ ਗੋਲੀ, ਹੱਥ ਕਿਉਂ ਰੋਕ ਲਏ ਤੁਸਾਂ? ਫਿਰ ਕੀ ਹੋਇਆ ਜੇ ਇਸ ਵਾਰ ਗੁਨਾਹਗਾਰ ਬਦਲ ਗਿਆ ਹੈ? ਗੁਨਾਹ ਤਾਂ ਉਹੀ ਹੈ। ਅਗਲੀ ਕਹਾਣੀ। ਕੁਝ ਅਰਸਾ ਪਹਿਲਾਂ ਜਦੋਂ ਦੀ ਉਹ ਮਾਨਸੇ ਕੋਲ ਇੱਕ ਹਾਇਰ ਸੈਕੰਡਰੀ ਸਕੂਲ ਬਦਲ ਕੇ ਆਈ ਤਾਂ ਹਰ ਪਾਸੇ ਬਸ ਉਹਦੇ ਹੀ ਚਰਚੇ ਸਨ। ਜਿੰਨੇ ਮੂੰਹ ਓਨੀਆਂ ਗੱਲਾਂ। 36-37 ਸਾਲ ਉਮਰ, ਵਿਆਹ ਕਿਉਂ ਨਹੀਂ ਹੋਇਆ? ਇੰਨੇ ਸੋਹਣੇ ਵਜੂਦ ਨੂੰ ਰਿਸ਼ਤਿਆਂ ਦੇ ਕਾਹਦੇ ਘਾਟੇ? ਤਰਨ ਤਾਰਨ ਤੋਂ ਏਡੀ ਦੂਰ ਬਦਲੀ, ਰੁਕਵਾਉਣ ਲਈ ਜ਼ੋਰ ਕਿਉਂ ਨਹੀਂ ਪਵਾਇਆ? ਨਾਲ ਦੇ ਕੁਲੀਗ ਤੇ ਨਾਲ ਪੜ੍ਹਾਉਂਦੀਆਂ ਟੀਚਰਾਂ ਜਦੋਂ ਮੌਕਾ ਮਿਲਦਾ ਉਹਦਾ ਜ਼ਿਕਰ ਛਿੜ ਜਾਂਦਾ। ਜੇਮਸ ਬੌਂਡ ਦੇ ਨਾਮ ਨਾਲ ਮਸ਼ਹੂਰ ਸਾਇੰਸ ਵਾਲੇ ਮਾਸਟਰ ਹਰਮੇਲ ਸਿੰਘ ਨੇ ਦਾਅਵਾ ਕੀਤਾ ਕਿ ਉਹਦੀ ਸਾਰੀ ਜਨਮ ਕੁੰਡਲੀ ਪਤਾ ਕਰਵਾ ਲਈ ਗਈ ਹੈ, ਇੱਕ ਬੱਚਾ ਵੀ ਹੈ, ਚਾਰੇ ਪਾਸੇ ਤੂਫਾਨ ਆ ਗਿਆ। ਹੁਣ ਹਰਮੇਲ ਸਿੰਘ ਦੁਆਲੇ ਲੱਗਦੀਆਂ ਮਹਿਫਿਲਾਂ ਦੇ ਦਾਇਰੇ ਵੱਧਦੇ ਗਏ। ਮਹਿਫਿਲਾਂ ਦੇ ਸ਼ਿੰਗਾਰ ਅਧਿਆਪਕ ਹੀ ਨਹੀਂ, ਸਗੋਂ ਵੱਡੀਆਂ ਜਮਾਤਾਂ ਦੇ ਮੁੱਛ ਫੁੱਟ ਵੀ ਟੁਕ-ਟੁਕ ਬੈਠਦੇ। ਕੁਝ ਨਵਜੋਤ ਕੌਰ ਨੂੰ ਲੁਕਵੇਂ ਤੇ ਅਸਿੱਧੇ ਢੰਗ ਨਾਲ ਕੁਝ ਨਿੱਜੀ ਸਵਾਲ ਕਰਨ ਦੀ ਕੋਸ਼ਿਸ਼ ਵੀ ਕਰਦੇ, ਪਰ ਉਹ ਅੱਗਿਓਂ ਹੱਸ ਕੇ ਟਾਲ ਦਿਆ ਕਰਦੀ। ਲੁਕਾਈ ਦੇ ਮਨਾਂ 'ਚ ਉੱਭਰਦੇ ਅਨੇਕਾਂ ਸਵਾਲ ਵੱਧਦੇ ਗਏ। ਉਹਦੇ ਵਜੂਦ ਨੂੰ ਫਰੋਲਦੀਆਂ ਅੱਖੀਆਂ ਦੀ ਗਿਣਤੀ ਲਗਾਤਾਰ ਵੱਧਦੀ ਗਈ। ਕੁਝ ਉਹਦੇ ਕਿਰਾਏ ਦੇ ਮਕਾਨ ਤੱਕ ਅੱਪੜ ਗਏ। ਮਕਾਨ ਮਾਲਕ ਨੇ ਵੀ ਕਨਸੋਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਅਖੀਰ ਚਾਰੇ ਪਾਸੇ ਪੈਰ ਪਸਾਰਦੀ ਜਿਗਿਆਸਾ ਸਿਖਰ 'ਤੇ ਉਦੋਂ ਅੱਪੜ ਗਈ ਜਦੋਂ ਇੱਕ ਦਿਨ ਪਤਾ ਲੱਗਾ ਕਿ ਉਹਦੇ ਕਿਰਾਏ ਦੇ ਮਕਾਨ 'ਚ ਇੱਕ ਮੁੰਡਾ ਆ ਕੇ ਠਹਿਰਿਆ ਹੈ। ਵਜੂਦ ਦਾ ਪਿੱਛਾ ਕਰਦੀਆਂ ਅੱਖੀਆਂ ਤੇ ਜ਼ਹਿਨ ਉੱਤੇ ਜਨਮ ਲੈਂਦੇ ਅਨੇਕਾਂ ਸਵਾਲ ਤਾਜ਼ੀ ਫੜੀ ਮੱਛੀ ਵਾਂਗ ਹੱਥੋਂ ਛੁੱਟ-ਛੁੱਟ ਬਾਹਰ ਨੂੰ ਭੱਜ ਰਹੇ ਸਨ। ਅਖੀਰ ਉਹ ਕੌਣ ਹੋ ਸਕਦਾ ਹੈ? ਉਮਰ ਦਾ ਇੰਨਾ ਫਰਕ, ਕਿਰਾਏ ਦੇ ਘਰ 'ਚ ਇੱਕੋ ਛੱਤ ਥੱਲੇ। ਕਈ ਬੋਰਡ 'ਤੇ ਲਿਖਦੇ ਇਹ ਸਭ ਕੁਝ ਸੋਚਦੇ ਹੋਏ ਕਿਸੇ ਹੋਰ ਦੁਨੀਆ 'ਚ ਅੱਪੜ ਜਾਇਆ ਕਰਦੇ। ਇੱਕ ਦਿਨ ਸਵੇਰ ਦੀ ਭਰੀ ਸਭਾ ਮਗਰੋਂ ਪ੍ਰਿੰਸੀਪਲ ਨੇ ਐਲਾਨ ਕੀਤਾ ਕਿ ਮੈਡਮ ਪੰਨੂ ਕੁਝ ਬੋਲਣਾ ਚਾਹੁੰਦੇ ਨੇ, ਕੁਝ ਦੱਸਣਾ ਚਾਹੁੰਦੇ ਨੇ। ਇਸ ਐਲਾਨ ਮਗਰੋਂ ਚਾਰੇ ਪਾਸੇ ਸੰਨਾਟਾ ਜਿਹਾ ਛਾ ਗਿਆ। ਉਤਸੁਕਤਾ ਸਿਖਰ 'ਤੇ ਅੱਪੜ ਗਈ। ਇੰਜ ਦਾ ਮਾਹੌਲ ਬਣ ਗਿਆ ਜਿੱਦਾਂ ਕਾਲੇ ਬੱਦਲਾਂ ਵਿੱਚੋਂ ਝਾਤੀ ਮਾਰਦੀ ਇੱਕ ਅਸਮਾਨੀ ਬਿਜਲੀ ਇਹ ਦੱਸਣ ਜਾ ਰਹੀ ਹੋਵੇ ਕਿ ਉਹ ਕਦੋਂ ਤੇ ਕਿਸ 'ਤੇ ਡਿੱਗਣ ਵਾਲੀ ਹੈ। ਸਤਿ ਸ੍ਰੀ ਅਕਾਲ ਬੁਲਾ ਕੇ ਉਹਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ। ਗੁਰਦਾਸਪੁਰ ਜ਼ਿਲ੍ਹੇ ਦੀ ਕਾਦੀਆਂ ਤਹਿਸੀਲ ਕੋਲ ਇੱਕ ਨਿੱਕਾ ਜਿਹਾ ਪਿੰਡ। ਬਟਾਲੇ ਕਾਲਜ ਪੜ੍ਹਦਿਆਂ ਇੱਕ ਦਿਨ ਪਿੰਡ ਪਰਤੀ ਤਾਂ ਪਤਾ ਲੱਗਾ ਘਰੇ ਆਈ ਵੱਡੀ ਭੈਣ ਤੇ ਜੀਜੇ ਨੂੰ ਬਾਹਰੋਂ ਆਈ ਪੁਲਿਸ ਦੀ ਧਾੜ ਚੁੱਕ ਕੇ ਲੈ ਗਈ ਹੈ। ਬਾਪ ਵਾਹੀ ਖੇਤੀ ਕਰਨ ਵਾਲਾ ਮਾਤੜ ਜੱਟ। ਮੋਤਬੇਰਾਂ ਨੂੰ ਨਾਲ ਲੈ ਕੇ ਸਾਰਾ ਜ਼ਿਲ੍ਹਾ ਛਾਣ ਮਾਰਿਆ, ਕਿਸੇ ਸਿਰਾ ਨਾ ਫੜਾਇਆ। ਪੰਚਾਇਤ ਵੀ ਕਿੰਨਾ ਚਿਰ ਬਾਅਦ ਪੁੱਛਦੀ। ਕੰਮਾਂ ਧੰਦਿਆਂ ਵਾਲਿਆਂ ਨੇ ਅਖੀਰ ਹੱਥ ਖੜੇ ਕਰ ਦਿੱਤੇ। ਫਿਰ ਮੈਂ, ਮੇਰਾ ਬਾਪ ਤੇ ਇੱਕ ਨਿੱਕਾ ਜਿਹਾ ਭਾਣਜਾ, ਏਡੀ ਵੱਡੀ ਦੁਨੀਆ ਦੇ ਔਖਿਆਂ ਪੈਂਡਿਆਂ ਦੇ 3 ਪਾਂਧੀ। ਭੈਣ ਭਾਜੀ ਦਾ ਕੋਈ ਪਤਾ ਨਹੀਂ ਲੱਗਾ। ਫਿਰ ਬੇਬੇ ਬਾਪੂ ਵੀ ਅੱਗੜ ਪਿੱਛੜ ਇੰਝ ਹੀ ਤੁਰ ਗਏ ਜਿੱਦਾਂ ਦੋਹਾਂ ਨੇ ਕੋਈ ਚਿਰੋਕਣੀ ਸਲਾਹ ਕੀਤੀ ਹੋਵੇ। ਜ਼ਮੀਨ ਖੁੱਸ ਜਾਣ ਦੇ ਡਰੋਂ ਨਿੱਕੇ ਭਾਣਜੇ ਦਾ ਉਹਦੇ ਆਪਣਿਆਂ ਨੇ ਸਦਾ ਲਈ ਵਰਕਾ ਪਾੜ ਦਿੱਤਾ। ਮਗਰ ਉਸ ਸਮੇਂ ਦੀਆਂ ਸਰਕਾਰਾਂ ਵੱਲੋਂ ਵਗਾ ਦਿੱਤੇ ਨਸ਼ੇ ਦੇ 6ਵੇਂ ਦਰਿਆ 'ਚ ਗਰਕ ਹੋਣੋਂ ਬਚਾਉਣ ਦਾ ਇੱਕੋ ਇੱਕ ਹੱਲ ਸੀ ਕਿ ਉਹਨੂੰ ਆਪਣੀ ਬੁੱਕਲ 'ਚ ਲੁਕੋ ਲੈਂਦੀ।
ਨਾਲ ਹੀ ਉਹਨੇ ਸਾਰਿਆਂ ਤੋਂ ਮਗਰ ਕੁਰਸੀ 'ਤੇ ਨੀਵੀਂ ਪਾਈ ਬੈਠੇ ਕੋਈ 20 ਅੰਗੂ ਵਰ੍ਹਿਆਂ ਦੇ ਇੱਕ ਮੁੱਚ ਫੁੱਟ ਗੱਭਰੂ ਨੂੰ ਸਟੇਜ 'ਤੇ ਸੱਦ ਲਿਆ। ਫਿਰ ਉਹਨੂੰ ਕਲਾਵੇ 'ਚ ਲੈਂਦੀ ਹੋਈ ਆਖਣ ਲੱਗੀ, ਆ ਏ ਮੇਰਾ ਬੁੱਕਲ 'ਚ ਲੁਕਿਆ ਹੋਇਆ ਕੰਵਾਰੀ ਮਾਂ ਦਾ ਚੰਡੀਗੜ੍ਹ ਪੜ੍ਹਦਾ ਛਿੰਨ ਦਾ ਪੁੱਤ। ਮਾਂ ਮੈਟਰ, ਇਹਨੂੰ ਆਪਣੀ ਅਸਲ ਮਾਂ ਦੀ ਸ਼ਕਲ ਤੱਕ ਯਾਦ ਨਹੀਂ, ਬਸ ਹੁਣ ਮੈਂ ਹੀ ਆ ਇਹਦਾ ਸਾਰਾ ਕੁਝ। ਮਗਰੋਂ ਹੋਰ ਵੀ ਕਿੰਨਾ ਕੁਝ ਬੋਲਦੀ ਰਹੀ ਤੇ ਅੱਗੇ ਬੈਠੇ ਇੰਝ ਸੁਣਦੇ ਰਹੇ ਜਿੱਦਾਂ ਸਾਰੀ ਲੋਕਾਈ ਦੇ ਮਨਾਂ 'ਚ ਵਸਿਆ ਹੋਇਆ ਸੋਹਣਾ ਰੱਬ ਅੱਜ ਬੇਗਮਪੁਰੇ ਦੀ ਧਰਤੀ ਛੱਡ ਹਰੇਕ ਦੇ ਸਾਹਮਣੇ ਆਣ ਖਲੋਤਾ ਹੋਵੇ। ਸਾਹਮਣੇ ਧਰਤ 'ਤੇ ਬੈਠਿਆਂ ਤਕਰੀਬਨ ਸਾਰਿਆਂ ਦੀਆਂ ਅੱਖਾਂ 'ਚੋਂ ਪਰਲ ਪਰਲ ਵਗ ਰਹੇ ਹੰਝੂ ਜਿੱਦਾਂ ਆਖ ਰਹੇ ਹੋਣ ਕਿ ਭੋਲਿਓ, ਕਿਸੇ ਮੁਸਕਰਾਉਂਦੇ ਹੋਏ ਦੀ ਖੁਸ਼ੀ ਬਾਰੇ ਸੋਚ ਈਰਖਾ ਵਾਲਾ ਬੂਟਾ ਲਾਉਣ ਤੋਂ ਪਹਿਲਾਂ ਉਹਦੇ ਬੋਝੇ ਜ਼ਰੂਰ ਫਰੋਲ ਲਿਆ ਕਰੋ। ਅਸੀਂ ਤੁਹਾਨੂੰ ਉਹਦੇ ਰੁਮਾਲ ਦੀਆਂ ਤਹਿਆਂ 'ਚ ਸਿੱਲ ਬਣ ਕੇ ਲੁਕੇ ਹੋਏ ਜ਼ਰੂਰ ਮਿਲਾਂਗੇ। ਮਾਸਟਰ ਜੇਮਸ ਬੌਂਡ ਵਰਗੇ ਕਿੰਨੇ ਸਾਰੇ ਨੀਵੀਂ ਪਾਈ ਸ਼ਾਇਦ ਇਹ ਅਰਦਾਸ ਕਰ ਰਹੇ ਸਨ ਕਿ ਕਾਸ਼ ਅਰਸ਼ੋਂ ਉਤਰੇ ਰੱਬ ਦੀ ਬਣਾਈ ਹੋਈ ਧਰਤੀ ਅੱਜ ਥੋੜ੍ਹਾ ਜਿਹਾ ਵੇਲ ਹੀ ਦੇ ਦੇਵੇ। ਸੋ ਦੋਸਤੋ, ਕਈ ਵਾਰ ਤੁਹਾਡੀ ਚੁੱਪ ਵਿੱਚ ਦੁਨੀਆ ਦੇ ਕਿੰਨੇ ਸਾਰੇ ਸਵਾਲਾਂ ਦਾ ਜਵਾਬ ਦੇਣ ਦੀ ਸਮਰੱਥਾ ਹੁੰਦੀ ਏ, ਪਰ ਜਦੋਂ ਚੁੱਪ ਨੂੰ ਕਮਜ਼ੋਰੀ ਸਮਝ ਲਿਆ ਜਾਣ ਲੱਗੇ ਤਾਂ ਜ਼ੁਬਾਨ ਦੀ ਵਰਤੋਂ ਕਰਨੀ ਜਾਇਜ਼ ਏ। ਤੇ ਜਿੱਥੇ ਜ਼ੁਬਾਨ ਦਾ ਵੀ ਕੋਈ ਵਸ ਨਾ ਚਲੇ ਉੱਥੇ ਦਸਮ ਪਿਤਾ ਨੇ ਹਥਿਆਰ ਚੁੱਕਣਾ ਜਾਇਜ਼ ਕਰਾਰ ਦਿੱਤਾ ਹੈ। ਧੰਨਵਾਦ।